ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹੱਲਾ ਪੰਜਵਾ। ਜਾਂ ਕੈ ਰਾਮ ਕੋ ਬਲ ਹੋਏ ਸਗਲ ਮਨੋਰਥ ਪੂਰਨ ਤਾਹੂ ਕੇ ਦੁਖ ਨਾ ਵਿਆਪੈ ਕੋਇ ਰਹਾਉ। ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਸੁਣ ਜੀਵਾ ਤਿਸ ਸੋਏ। ਉਦਮ ਕਰੋ ਦਰਸ਼ਨ ਵੇਖਣ ਕਉ ਕਰਮ ਪ੍ਰਾਪਤ ਹੋਏ। ਗੁਰ ਪ੍ਰਸਾਦੀ ਦ੍ਰਿਸ਼ਟ ਨਿਹਾਰੋ ਦੂਸਰ ਨਾਹੀ ਕੋਇ। ਦਾਨ ਦੇਹ ਨਾਨਕ ਆਪਣੇ ਕਉ ਚਰਨ ਜੀਵਾ ਸੰਤ ਧੋਏ। ਦਾਨ ਦੇਹ ਨਾਨਕ ਆਪਣੇ ਕਉ ਚਰਨ ਜੀਵਾ ਸੰਤ ਧੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਦੀਨ ਬੰਧੂ ਨਿਰੰਕਾਰ ਕਾਲ ਪੁਰਖ ਸਭ ਸ੍ਰਿਸ਼ਟੀ ਦੇ ਮਾਲਕ ਜਲ ਥਲ ਮਹੀਰ ਪੂਰਿਆ ਰਵਿਆ ਵਿੱਚ ਵੜਾ ਸੋ ਪ੍ਰਭ ਚੇਤਨ ਆਵਈ ਕਿਤਨਾ ਦੁਖ ਗਣਾ। ਉਹ ਹੁਪ ਮਦ ਜਿਉ ਬਾਸ ਬਸਤ ਹੈ ਮੁਕਰ ਮਹਿ ਜੈਸੇ ਸਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਅਕਾਲ ਨਿਰੰਕਾਰ ਦੀ ਸਾਜੀ ਸਾਰੀ ਸ੍ਰਿਸ਼ਟੀ ਜਿਸ ਵਿੱਚ ਸਾਡੇ ਵੀ ਸਰੀਰ ਗਿਣਤੀ ਵਿੱਚ ਹਨ। ਇਸ ਪ੍ਰਕਾਰ ਸਰਯੁਗ ਤੋਂ ਲੈ ਕੇ ਹੁਣ ਤੱਕ ਜਿਨ੍ਹਾਂ ਜਿਨ੍ਹਾਂ ਉਸ ਕਾਲ ਨਿਰੰਕਾਰ ਨੂੰ ਰਾਧਿਆ ਮਨ ਬਾਣ ਸਰੀਰ ਕਰਕੇ ਧਿਆਇਆ ਉਸ ਕਾਲ ਤੋਂ ਪੈਦਾ ਹੋਏ ਤਾਂ ਉਸ ਅਕਾਲ ਵਿੱਚ ਹੀ ਭੇਦ ਹੋ ਗਏ। ਦੂਜਾ ਬੜਾ ਉਹਨਾਂ ਦਾ ਖਤਮ ਹੋ ਗਿਆ। ਜੰਮਣਾ ਤੇ ਮਰਨਾ ਮੁੱਕਿਆ ਪਰ ਸਾਡਾ ਅਜੇ ਨਹੀਂ ਮੁੱਕਿਆ। ਸਰੀਰਾਂ ਵਿੱਚ ਤੁਰੇ ਫਿਰਦੇ ਹਾਂ। ਯਤਨ ਕਰੀਏ ਕਿ ਸੋ ਕੂਕੀਏ ਨਾ ਸੋਈਏ ਆਸਾਰ। ਰਾਤ ਦਿਨ ਸਕੇ ਕੂਕਨੇ ਕਬਹੁ ਕੇ ਸੁਨੇ ਪੁਕਾਰ। ਜੇ ਕੂਕਾਂਗੇ ਬੇਨਤੀਆਂ ਪੁਕਾਰਾਂ ਕਰਾਂਗੇ ਦਿਨੇ ਰਾਤ ਕਦੇ ਸੁਣੀਆਂ ਵੀ ਜਾਣਗੀਆਂ ਤੇ ਜ਼ਰੂਰ ਪ੍ਰਾਪਤੀ ਵੀ ਹੋਵੇਗੀ। ਗਰੀਬ ਨਵਾਜ ਸੱਚੇ ਪਾਤਸ਼ਾਹ ਸਾਡੀ ਤੁਸ਼ਬਦੀ ਜੀਵਾਂ ਪਾਸੋਂ ਬਲ ਬਾਕੇ ਵੇਖਣ ਦੀ ਸੁਣਨ ਦੀ ਤੇ ਬੋਲਣ ਦੀ ਸ਼ਕਤੀ ਦੇ ਰਹੇ ਨੇ। ਹੋਰ ਜੀਵਨ ਸ਼ਕਤੀਆਂ ਦੇਣ ਦੇ ਸਮਰੱਥ ਨੇ। ਭਾਗਾਂ ਵਾਲੀਆਂ ਆਤਮਾ ਆਪਣੀ ਨੇਕ ਕਮਾਈ ਨੂੰ ਸਰਬੱਤ ਦੇ ਭਲੇ ਵਾਸਤੇ ਸੋ ਇਸ ਪ੍ਰਕਾਰ ਜੋ ਦਾਨ ਪੁੰਨ ਕਰ ਰਹੀਆਂ ਨੇ ਤੇ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਈ ਉਸ ਲੇਖਾ ਪਤਾ ਹੋਣਾ। ਨਾਨਕ ਆਖੇ ਰੇਵਨਾ ਸੁਣੀਏ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਤਲਬਾ ਪੌਸਨ ਆਕੀਆਂ ਬਾਕੀ ਜਿੰਨਾ ਰਹੀ ਅਜਰਾਈਲ ਫਰੇਸਤਾ ਹੋਸ਼ੀ ਆਏ ਤਹੀ। ਆਮਣ ਜਾਣਾ ਸੁੱਚੀ ਭੀੜੀ ਕਲੀ ਫਹੀ ਕੂੜਨ ਕੁੱਠੇ ਨਾਨਕਾ ਉੜਕ ਸੱਚ ਰਹੀ। ਸੋ ਵਿਦੇਸ਼ਾਂ 'ਚ ਬੈਠੇ ਵੀਰ ਆਪਣੀ ਕਮਾਈ ਸਫਲੀ ਕਰ ਰਹੇ ਨੇ। ਦਸਾਂ ਨਵਾਂ ਦੀ ਕਿਰਤ ਸਫਲੀ ਕਰ ਰਹੇ ਨੇ। ਦਸਵੰਧ ਆਦਿਕ ਤੇ ਹੋਰ ਪਰਉਪਕਾਰੀ ਦੀ ਮਾਇਆ ਭੇਜ ਰਹੇ ਨੇ। ਚੱਲ ਰਹੇ ਕੱਲ ਰੋਜ਼ ਤੋਂ ਅਖੰਡ ਪਾਠ। ਉਹ ਗੁਰੂ ਕੀ ਬਾਣੀ ਮੱਧ ਵਿੱਚ ਆਈ ਹੈ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਰਬਤ ਰਮਣ ਨਾਨਕ ਅਗਾਖਨ ਅਗਨਾਸਨ ਜਗਦੀਸ਼ਰ ਹੈ। ਉਹ ਅੱਗ ਪਾਪਾਂ ਦੇ ਦੂਰ ਕਰਨ ਵਾਲਾ ਆਦਿ ਵਿੱਚ ਵੀ ਪਰਿਪੂਰਨ ਹੈ ਮੱਧ ਵਿੱਚ ਵੀ ਪਰਿਪੂਰਨ ਹੈ। ਸਰਬਤ ਸਾਰੀ ਸ੍ਰਿਸ਼ਟੀ 'ਚ ਮਿਲਿਆ ਹੋਇਆ ਅੰਤਰੋਂ ਵੀ ਪਰਿਪੂਰਨ ਹੋਵੇਗਾ। ਸਾਨੂੰ ਕੀ ਕਰਨਾ ਚਾਹੀਦਾ ਹੈ? ਸਵਸਥ ਵਿਵਸਥਾ ਹਰ ਕੀ ਸੇਵਾ ਆਦਿ ਮੱਧ ਪ੍ਰਭ ਏਕੰ ਯਾਦ ਕਰਨਾ ਚਾਹੀਦਾ ਹੈ। ਸੋ ਹਰ ਮੌਕਾ ਹਰ ਸਮਾਂ ਦੁੱਖ ਵੇਲੇ ਸੁੱਖ ਵੇਲੇ ਸਦਾ ਕਰਤੇ ਪੁਰਖ ਨੂੰ ਚੇਤੇ ਰੱਖਣ ਦੀ ਲੋੜ ਹੈ।
गुरु साहिबा की चलाई मर्यादा अनुसार। आत रंभ बाणी हो एक ओंकार सतनाम तो करते पुरख तो सोचै सोच पहली पौड़ी तो। वो बाणी मध विच आई अरदास होई है नाल नितनेम दी ते कथा कीर्तन दी। पर दुनिया के लोग इस तरह के सुभाਅ ਦੇ बन गए है ਜਦੋਂ मर्जी मध आ जाए तो ਜਦੋਂ मर्जी लंघ जाए ਜਦੋਂ जी ਕੀਤਾ अरदास कर छड़ी। जे सैम टाइम नाल ते मौके नाल नहीं करनी बड़े मौके नाल गुरमुखां ने अरदास कीती है। आप जी रसना तो शब्द सुन चुके हो। सतगुर कृपा बख्श करन ब्रह्म ਗਿਆਨੀਆਂ द्वारा चलाई हुई मर्यादा टकसालों की ते दलों की अनुसार। सुखंड पाठ चलते रहन कथा कीर्तन नितनेम होंदा रहे सतगुर कृपा करके सेवा लेंदे रहन। इस प्रकार आप जी इस अवस्था नूं प्राप्त हो चुके हो। विदेशों च बैठे वीरां दी ते साडी सारियां दी महाराज साहब की मन की भावना नूं ते कामना नूं जाणदे ने। उहदे हत्थ विच ही है सब कुछ उसदे अधीन ही है। जिवें लड़ीवार चल रहा पाठ उस विचों शब्द आप जी ने सरवण किया तो मिल के विचार करिए। यही पंक्तियां आईयां सारंग राग नूं कहिंदे महला सरूप जां पातशाह नूं कहिंदे ते कई महल्ले नूं भी महला कहना शुरू कर दिंदे आ। इस प्रकार महल नाम हुंदा इस्त्री दा। इस्त्रियां आपां सारियां ही आ ते पुरख परमेश्वर काल पुरख ही है। और इत्थे महाराज साहब ने पंज वां लिखिया पप्पा जीजा बवे करना तीजा लिखिया चौथा लिखिया तीजी चौथी पंजवीं नहीं लिखिया। इसलिए कहिंदे फिर तीजी चौथी लिख देंगे पंजवीं लिख देंगे। इस प्रकार सिद्ध हुंदा है कि इनू पंजवा महल है दा पातशाह है स्वरूप है। इस प्रकार इसके अर्थ ने वो हैं पंजवीं जोत गुरु नानक पातशाह जी की पंजवा शरीर गुरु अर्जन साहिब। पहलियां पंक्तियां जाके राम को बल होए सगल मनोरथ पूर्ण ताहू के दुख न व्यापै कोए। जां को जिस विच हर एक विच उस राम का ही बल है। किसी नूं थोड़ा दे देवे किसी नूं बहुता दे देवे। जिवें कला शक्तियां परशुराम अवतारां च गिणिया गया ब्राह्मण मत दा। इस प्रकार वो दो कला अवतार सी ते वध तो वधियां 14 कला भगवान रामचंद्र जी त्रेते युग के अवतार 16 कला कृष्ण भगवान जी ते विच विचाले होर महात्मा बंदगी करन तो सिमरन करन तो परमेश्वर की प्राप्ति दी कला शक्तियां प्राप्त कर लेंदे ने। देव दृष्टि प्राप्त हो जाती है। अखां मीट के सब कुछ वेख लेंदे। अखां बाजों वेखना विण कन्ना सुनना जिवे बाजों बोलना जीवत मरना नानक को पछाण खसमे मिलना। जिन्हों जिन्ना बल कोई देवे जैसा बित होए तैसा होए वरते अपना बल नहीं किन्ना जिन्नी बित दौलत धन जिन्ना क बल सतगुरु देवे उदों वध जीव का की कर सकता है। जे कोई नामी ग्रामी डाकू है कोई वड्डा भारी नामी ग्रामी चोर है कोई कुर्सी का मालक है वो पिछली बंदगी है उन्होंने महाराज साहब ने दिता। जो खोह लेंदा है जिस तरह माला दे विच सूत हुंदा है सूत खिंच लिए तो मनकणे सब ढह ढेरी हो जाते खिलर जाते हैं। इस तरह सारी सृष्टि है उसके हुक्म विच है। हुक्मे अंदर सब को बाहर हुक्म ना कोय। नानक हुक्म जे बुझै तो हौमै कहे ना कोई। हौमे तो हंकार सानू छड़ देना चाहिए। जे वो बल देन तो फिर की करवा सकते हैं। गुरु अर्जन साहब जी के बचन ने साहिस कृति सलोक ने मसकं भगनंद सैलमं करदमं तरंत पपील कै सागरं लगंत पिंगं तम प्रकाश अंत कह। जे बल देन तो मच्छर जानवर नूं जानदे हो सारे जिहड़ा वाहवा रौनक करदा शाम नूं मच्छर पासों टक्कर मरवा के ते सैल पत्थर पहाड़ां नूं पत्थरां नूं भना सकदे ने भर सकदा मच्छर। मसकंग भगनत सैलमंग करदमंग नाम है चिक्कड़ का ते पपील के नाम कीड़ी का। कीड़ी चिक्कड़ नूं तर के लंघ सकती है। तो इस प्रकार अंतरी वर्त कर लेंदे। जे हंकार रूपी मच्छर भाव उन्होंने मच्छर बन दिंदा। दिती रूपी कीड़ी आदि होर तरह के कन फड़ के यतन कर लो माड़ी गल नहीं। पर मालक के बल की गल है वो की नहीं करवा सकता। पिंगल पर्वत पार पर खल चतर बकीता
ਅੰਦਲੇ ਤੇਰੇ ਭਮਨ ਸੂਜਿਆ ਗੁਰ ਭੇਟ ਪਨੀਤਾ। ਮਹਿਮਾ ਸਾਧੂ ਸੰਕੀ ਸੁਨੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ। ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਕੀੜਾ ਹਾਥੀ ਨੂੰ ਜਿੱਤ ਲਵੇ, ਪਿੰਗਲਾ ਪਰਬਤ ਨੂੰ ਪਾਰ ਕਰ ਜਾਵੇ। ਪਿੰਗਲ ਪਰਬਤ ਪਰ ਪਰੇ, ਗੁੰਮ ਹੋਏ ਬਾਚਾਲ। ਕਾਇਰ ਹੋਏ ਭਟ ਜੇ ਚੜੇ, ਕਰੇ ਜੇ ਕਿਰਪਾ ਕਿਰਪਾਲ। ਦੂਸਰਾ ਹਵਾਲਾ, ਇਸ ਪ੍ਰਕਾਰ ਜਨ ਨਾ ਕਰੋ ਸੋ ਸੰਸਾਰ ਸਾਗਰ ਨੂੰ ਤਰ ਜਾਵੇ, ਲੰਘ ਜਾਵੇ ਪਿੰਗਲਾ। ਲੱਤਾਂ ਬਾਹਾਂ ਸਾਥ ਨਹੀਂ ਦਿੰਦੀਆਂ, ਧਾਰ ਕੇ ਲੰਘ ਜਾਵੇ। ਇਸ ਪ੍ਰਕਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ। ਮੂਹ ਕੋ ਤੇਰੇ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ। ਆਂਦ ਲਖੇ ਬਦਰੋ ਸੁਣੇ, ਜੋ ਕਾਲ ਕਿਰਪਾ ਕਰਾਏ। ਕਿਰਪਾ ਉਸ ਕਾਲ ਦੀ ਮੰਗਣ ਦੀ ਲੋੜ ਹੈ, ਜੇ ਬਲ ਦੇਵੇ ਬਖਸ਼ ਦੇਵੇ। ਤੇ ਮੂਕ ਨਾਮ ਗੁੰਗੇ ਦਾ ਹੈ, ਰਸਨਾ ਭਾਵੇਂ ਮੁਖ ਵਿੱਚ ਹੋਵੇ ਪਰ ਉਹ ਬੋਲ ਨਹੀਂ ਸਕਦਾ। ਇਸ ਪ੍ਰਕਾਰ ਕਹਾਂ ਬਿਸ਼ਨ ਪਦ ਗਾਵੇ ਗੁੰਗ, ਜਤਨ ਕਰੇ ਤਉ ਪੀ ਸੁਰ ਭੰਗ। ਗੁੰਗੇ ਨੇ ਬਚਨ ਕੀ ਕਰਨੇ ਨੇ, ਜੇ ਉਹ ਯਤਨ ਵੀ ਕਰੇ ਤਾਂ ਫਿਰ ਸੁਰ ਚੀਕ ਹੀ ਨਿਕਲਣੀ ਹੈ, ਸਾਫ ਆਵਾਜ਼ ਨਹੀਂ ਆਉਣੀ। ਤੇ ਜੇ ਗੁਰੂ ਕਿਰਪਾ ਕਰ ਦੇਵੇ ਤੇ ਗੁੰਗ ਹੋਏ ਬਾਚਾਲ। ਬਚਨ ਕਰਨ ਵਾਲਾ, ਕਥਾ ਕਰਨ ਵਾਲਾ ਗਿਆਨੀ ਗੁੰਗੇ ਨੂੰ ਬਣਾ ਸਕਦਾ ਹੈ। 8ਵੇਂ ਸਰੂਪ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ ਨੇ ਰਸਨਾ ਤੋਂ ਗੁੰਗਾ ਹੈ ਤੇ ਕੰਨਾਂ ਤੋਂ ਬੋਲਾ ਹੈ। ਝਿਉਰ ਜਾਤੀ ਵਿੱਚੋਂ ਹੈ। ਪੜ੍ਹਨਾ ਵਿਚਾਰੇ ਕੀ ਸੀ, ਪੜ੍ਹਦੇ ਵੇਖੇ ਵੀ ਨਹੀਂ ਕਦੇ ਹੋਣੇ। ਜਦੋਂ ਲਾਲ ਚੰਦ ਵਿਦਵਾਨ ਪੰਡਤ ਨੇ ਹੰਕਾਰ ਕੀਤਾ ਸੀ, ਛੋਟਾ ਜਿਹਾ ਸਰੀਰ ਤੇ ਨਾਂ ਸ੍ਰੀ ਹਰਿ ਕ੍ਰਿਸ਼ਨ ਮਹਾਰਾਜ ਸਾਹਿਬ ਨੇ ਰਖਾਇਆ ਹੈ। ਕਿ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਸੁਣਾ ਗੀਤਾ ਹੀ ਪੜ੍ਹ ਕੇ ਸੁਣਾ ਦੇਣ ਤਾਂ ਮੈਨੂੰ। ਹਜ਼ੂਰ ਕਹਿੰਦੇ ਤੇਰਾ ਤਸੱਲੀ ਫਿਰ ਵੀ ਨਹੀਂ ਹੋਣੀ, ਤੂੰ ਆਪਣੀ ਮਰਜ਼ੀ ਦਾ ਹੀ ਬੰਦਾ ਲਿਆ। ਫਿਰ ਉਸ ਸੱਜੂ ਨੂੰ ਲੈ ਕੇ ਗਿਆ ਸੀ ਗੁੰਗੇ ਬੋਲੇ ਨੂੰ। ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕੀਤੀ ਜਾਂ ਸਿਰ 'ਤੇ ਛੜੀ ਰੱਖੀ। ਕਿਸ ਤਰ੍ਹਾਂ ਕਿਰਪਾ ਕੀਤੀ ਕੀ ਨਹੀਂ ਕਰ ਸਕਦੇ। ਉਸ ਮੌਕਾ ਬੋਲਾ ਗੁੰਗਾ ਬੋਲ ਪਿਆ, ਸੁਣਨ ਵਾਲਾ ਵੀ ਬਣ ਗਿਆ, ਵਿਦਵਾਨ ਵੀ ਬਣ ਗਿਆ। ਕਹਿੰਦੇ ਲਾਲ ਜੀ ਪੰਡਤ ਲਾਲ ਚੰਦ ਤੂੰ ਪਾਠ ਕਰ, ਮੈਂ ਕਥਾ ਕਰਦਾ, ਮੈਂ ਅਰਥ ਕਰਦਾ। ਤਰੇਲੀਆਂ ਆ ਗਈਆਂ, ਸਰੀਰ ਕੰਬ ਗਿਆ ਤੇ ਅਨਪੜ੍ਹ ਸੀ ਅਤੇ ਗੁੰਗਾ ਸੀ। ਜੋ ਪੰਗਤੀ ਪੜ੍ਹੀ ਤਾਂ ਉਸ ਲਾਲ ਚੰਦ ਕੋਲੋਂ ਸੁਧ ਨਾ ਪੜ੍ਹੀ ਗਈ, ਕੰਬ ਗਿਆ। ਇਸ ਪ੍ਰਕਾਰ ਛੱਡ ਪਰਾਂ ਆਪ ਹੀ ਗੀਤਾ ਪੜ੍ਹੀ ਤੇ ਆਪ ਹੀ ਅਰਥ ਕਰਕੇ ਸੁਣਾ ਦਿੱਤੇ। ਤੇ ਇੰਨਾ ਪ੍ਰਭਾਵ ਤੋਂ ਵਿਦਵਾਨ ਬ੍ਰਾਹਮਣ ਪੰਡਤ ਹੋਇਆ। ਗਲੋਂ ਜੰਝੂ ਵੀ ਲਾ ਦਿੱਤਾ ਤੇ ਮੱਥੇ ਦਾ ਤਿਲਕ ਵੀ ਝਾੜ ਦਿੱਤਾ ਤੇ ਗੁਰੂ ਚਰਨੀ ਪੈ ਗਈ, ਆਪਣਾ ਸਿੱਖ ਬਣਾ ਲਓ। ਅੱਜ ਅਸੀਂ ਹੁਜਦਾ ਕਰਦੇ ਹਾਂ ਕਿ ਸਕੂਲ ਖੋਲ੍ਹਣ ਦੀ ਕੀ ਲੋੜ ਹੈ, ਕਾਲਜ ਖੋਲ੍ਹਣ ਦੀ ਕੀ ਲੋੜ ਹੈ। ਛਟੀ ਰੱਖ ਛੜੋ, ਸਿਰ 'ਤੇ ਲਾ ਦਿਓ। ਵਿਗੜੇ ਹੋਏ ਸੁਭਾਅ ਵਾਲੇ ਇਹੋ ਜਿਹੀਆਂ ਹੁਜਤਾਂ ਦਿੰਦੇ ਨੇ। ਕੀ ਨਹੀਂ ਗੁਰੂ ਸਾਹਿਬ ਕਰ ਸਕਦਾ। ਪੰਜੋਖਰਾ ਸਾਹਿਬ ਸਥਾਨ ਬਣਿਆ ਹੋਇਆ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਕਾਸ਼ੀ ਵਿਖੇ ਗਏ ਸਨ। ਉੱਥੇ ਜਦੋਂ ਹਜ਼ੂਰ ਗਏ, ਮਹਾਦੇਵ ਦੇ ਆਰਾਧਨ ਤੋਂ, ਸ਼ਿਵਾਂ ਦੇ ਬੇਨਤੀ ਕਰਨ ਤੋਂ ਇਹਨਾਂ ਹੰਕਾਰੀਆਂ ਪੰਡਤਾਂ ਦਾ ਮਾਣ ਦੂਰ ਕਰੋ, ਉੱਧਰ ਚਰਨ ਪਾਓ ਚਲੇ ਗਏ। ਗੋਪਾਲ ਦੱਤ ਪੰਡਤ, ਚਤਰਦਾਸ, ਗੰਗਾ ਰਾਮ ਤੇ ਕੁਝ ਹੋਰ ਵਿਦਵਾਨ ਨਾਲ ਲੈ ਕੇ ਧੰਨ ਗੁਰੂ ਨਾਨਕ ਚਰਨਾਂ 'ਚ ਹਾਜ਼ਰ ਹੋਇਆ। ਆਓ ਜੀ, ਜੀ ਆਇਆਂ, ਇਹ ਸਾਡੇ ਨਾਲ ਚਰਚਾ ਕਰੋ। ਕਿਤੇ ਕੀ ਲੋੜ ਪੈ ਗਈ। ਬਾਣੀ 'ਚ ਪੰਕਤੀਆਂ ਬਾਦ ਵਿਵਾਦ ਕਾਹੂ ਸਿਓ ਨਾ ਕੀਜੈ। ਇਸ ਪ੍ਰਕਾਰ ਮੂਰਖ ਦੇ ਸਮਝਾਈਏ, ਸਮਝੇ ਨਾਹੀ ਸ਼ਾਬ ਨਾ ਧੁੱਪਾ। ਭਾਈ ਗੁਰਦਾਸ ਜੀ ਕਹਿੰਦੇ ਮੂਰਖ ਨਾਲ ਚੰਗੇਰਾ ਚੁੱਪਾ, ਚੁੱਪ ਹੀ ਚੰਗੀ ਹੈ। ਨਹੀਂ ਸਾਡਾ ਕਾਨੂੰਨ ਹੈ ਇੱਥੋਂ ਦਾ, ਸਾਡੇ ਨਾਲ ਚਰਚਾ ਕਰੋ। ਜੇ ਅਸੀਂ ਚਰਚਾ 'ਚ ਜਿੱਤ ਗਏ ਤਾਂ ਫਿਰ ਕੀ ਮਾਣ ਦਿਓਗੇ। ਕਹਿੰਦੇ ਆਪਣੇ ਤੋਂ ਵੱਡਾ ਪੰਡਤ ਤੁਹਾਨੂੰ ਮੰਨਾਂਗੇ। ਅਤੇ ਜੇ ਅਸੀਂ ਹਾਰ ਗਏ ਤਾਂ ਫਿਰ ਕੀ ਫਤਵਾ ਦਿਓਗੇ। ਤੁਹਾਡਾ ਸਾਜੋ ਸਮਾਨ ਗ੍ਰੰਥ ਖੋਲ੍ਹ ਲਵਾਂਗੇ, ਤੁਹਾਨੂੰ ਇੱਥੋਂ ਕੱਢ ਦਿਆਂਗੇ। ਇਸ ਤਰ੍ਹਾਂ ਤੁਹਾਡੀ ਤਸੱਲੀ ਨਹੀਂ ਹੋਣੀ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਨੇਤਰਾਂ ਦੀ ਦ੍ਰਿਸ਼ਟੀ ਤਾਂ ਨੂੰ ਚੁੱਕੀ ਤੇ ਕੁਝ ਫੈਸਲੇ ਤੇ ਮਰਿਆ ਪਿਆ ਕੁੱਤਾ। ਉਹਦੇ ਉੱਤੇ ਅੰਮ੍ਰਿਤ ਵਰਗੀ ਦ੍ਰਿਸ਼ਟੀ ਨੇਤਰਾਂ ਦੀ ਪਈ। ਨੇਤਰਾਂ ਦੀ ਦ੍ਰਿਸ਼ਟੀ 'ਚ ਬੜਾ ਭਾਰੀ ਫਰਕ ਹੈ। ਚੋਰ ਦ੍ਰਿਸ਼ਟੀ, ਕ੍ਰੋਧ ਦ੍ਰਿਸ਼ਟੀ, ਵਕਾਰ ਦ੍ਰਿਸ਼ਟੀ, ਦ੍ਰਿਸ਼ਟੀ ਲੱਗ ਜਾਂਦੀ ਹੈ, ਦ੍ਰਿਸ਼ਟੀ ਸਵਾਰ ਦਿੰਦੀ ਹੈ। ਲੋਇਓ ਹੋਇਓ ਲਾਲ ਨਜ਼ਰ ਸਤਿਗੁਰੂ ਦਾ ਤਾਰੇ। ਪਾਹਨ ਮਾਨ ਕਰੇ ਗਿਆਨ ਗੁਰ ਕਿਉਂ ਵਿਚਾਰੇ। ਬੜਾ ਭਾਰੀ ਫਰਕ ਹੈ। ਧੰਨ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਧਰਤੀ 'ਤੇ ਰਹਿੰਦੇ ਨੇ। ਹਰ ਰੋਜ਼ ਇਸ਼ਨਾਨ ਕਰਕੇ ਸਵੇਰੇ ਉੱਠ ਕੇ
ਚਿੱਤ ਬਿਰਤੀ ਇਕਾਗਰ ਕਰਕੇ ਪਰਮੇਸ਼ਰ ਦੇ ਨਾਮ ਨਾਲ ਮੂਲ ਮੰਤਰ ਗੁਰਮੰਤਰ ਨਾਲ ਜੁੜਦੇ ਹੈ। ਬਾਹਰ ਬੇਅੰਤ ਸੰਗਤਾਂ ਇਕੱਤਰ ਹੋ ਕੇ ਬਹਿ ਜਾਂਦੀਆਂ ਤੇ ਜਦੋਂ ਹਜ਼ੂਰ ਸੱਚੇ ਪਾਤਸ਼ਾਹ ਨੇਤਰ ਖੋਲ੍ਹਦੇ, ਕਦੋਂ ਖੋਲ੍ਹਦੇ? ਜਦੋਂ ਸੂਰਜ ਚੜ੍ਹਦਾ। ਪੰਗਤੀਆਂ ਇਤਿਹਾਸ ਵਿੱਚ ਐਵੇਂ ਲਿਖੀਆਂ, ਭਈ ਪ੍ਰਾਤ, ਪ੍ਰਾਤ ਅੰਮ੍ਰਿਤ ਵੇਲੇ ਨੂੰ ਕਹਿੰਦੇ, ਭਈ ਪ੍ਰਾਤ ਸੂਰਜ ਨਿਕਸੇ, ਲੋਚਨ ਬਿਲੋਚਨ ਸੁੰਦਰ ਨਿਕਸੇ, ਪ੍ਰਥਮ ਦ੍ਰਿਸ਼ਟ ਜਿਸ ਨਰ ਪਰ ਪਰੇ, ਰੋਗੀ ਰੋਗ ਦੁਖੀ ਦੁਖ ਹਰੇ, ਆਦ ਬਿਆਦ ਬਾਧਾ ਜੋ ਪਾਵੇ, ਜਾਨ ਸਮੋ ਆਗੇ ਚਲ ਆਵੇ, ਵਿਆਕਲ ਹੋਏ ਪੀੜ ਤੇ ਜੋਈ, ਦ੍ਰਿਸ਼ ਪਰੇ ਸੁਖ ਪਾਵੇ ਤੋ ਸੋਈ। ਪਹਿਲੀ ਦ੍ਰਿਸ਼ਟੀ ਜਿਸ ਮਨੁੱਖ ਤੇ ਪੈ ਜਾਂਦੀ, ਸਾਰੇ ਪਾਪ ਸਾਰੇ ਦੁੱਖ ਉਹਦੇ ਝੜ ਜਾਂਦੇ। ਇੰਨਾ ਭਾਰੀ ਫਰਕ ਹੈ। ਗੁਰੂ ਨਾਨਕ ਪਾਤਸ਼ਾਹ ਕਾਲ ਦਾ ਸਰੂਪ, ਸਰਗੁਣ ਸਰੂਪ ਧਾਰਿਆ, ਦ੍ਰਿਸ਼ਟੀ ਮਰੇ ਕੁੱਤੇ ਤੇ ਪੈ ਗਈ। ਰਸਨਾ ਤੋਂ ਕਹਿੰਦੇ ਉੱਠ, ਜਿਉਂਦਾ ਹੋ ਗਿਆ ਮਰਿਆ, ਤੇ ਆ ਤੇਰੇ ਜਾਤ ਭਾਈ, ਤੇਰੀ ਬਰਾਦਰੀ। ਸੋ ਇਸ ਪ੍ਰਕਾਰ ਇਹ ਕੁਛ ਚਰਚਾ ਚਾਹੁੰਦੀ ਹੈ, ਤੂੰ ਇਹਨਾਂ ਨਾਲ ਕਰ ਧਿਆਨ ਦਿਓ। ਅਸਾਂ ਕਿਹੜੇ ਗੁਰੂ ਦੇ ਸਿੱਖ ਕਹਾਉਂਦੇ ਹਾਂ ਕਿ ਉਹਨੂੰ ਸਿੱਖੀ ਧਾਰਨ ਕਰ ਲਈਏ, ਮੰਨਦੇ ਹਾਂ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਉਸ ਕੁੱਤੇ ਨੇ ਗ੍ਰੰਥਾਂ ਦੇ, ਵੇਦਾਂ ਸ਼ਾਸਤਰਾਂ ਦੇ ਉੱਤਰ ਦੇ ਨਿਰੁੱਤਰ ਕਰ ਦਿੱਤੇ, ਢਹਿ ਕੇ ਚਰਨੀ ਪੈ ਗਈ। ਮਹਾਰਾਜ ਸਾਹਿਬ ਮੰਨ ਗਏ ਆ ਤੁਹਾਨੂੰ, ਇਸ ਪ੍ਰਕਾਰ ਕਿਰਪਾ ਕਰੋ। ਤੇ ਇੱਕ ਸ਼ੰਕਾ ਰਹਿ ਗਿਆ ਹੈ, ਸਾਨੂੰ ਇਹ ਕੁੱਤੇ ਨੂੰ ਜਾਤ ਪਾਈ ਕਿਉਂ ਜਣਾਇਆ? ਕਦੇ ਇਹਨੂੰ ਪੁੱਛੋ। ਜਦੋਂ ਪੁੱਛਿਆ ਤਾਂ ਉਹਦੀ ਆਤਮਾ ਵੱਲੋਂ ਸਰੀਰ ਛੱਡ ਗਿਆ ਸੀ, ਆਵਾਜ਼ ਆਈ, ਤੁਸੀਂ ਉਦੋਂ ਸਧਾਰਨ ਬੰਦਾ ਜਾਂ ਮਾਨੁਖ ਕਾ ਕਰ ਰੂਪ ਨਾ ਜਾਣ, ਮਿਲੀ ਨਥਾਵੇਂ ਥਾਨ, ਆਪਣੇ ਵਰਗਾ ਬੰਦਾ ਨਾ ਜਾਣੋ। ਇਹ ਆਪ ਅਕਾਲ ਪੁਰਖ ਨੇ ਚਰਨੀ ਪੈ ਕੇ ਉਪਦੇਸ਼ ਲੈ ਕੇ ਜ਼ਿੰਦਗੀ ਸਵਾਰੋ। ਇਸ ਪ੍ਰਕਾਰ ਮੈਂ ਤੇਰਾ ਜਾਤ ਭਾਈ, ਸੋ ਭਾਵ ਵਿਸ਼ਨ ਦਾਤ ਹਾਂ। ਮੇਰਾ ਵੀ ਸੁਭਾਅ ਬਹੁਤਾ ਪੜ੍ਹ ਕੇ ਤੇਰੇ ਵਰਗਾ ਹੀ ਬਣ ਗਿਆ ਸੀ। ਜੇਤਾ ਪੜ੍ਹਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇ ਤੂੰ ਲਵਿਆ। ਬੜਾ ਮਾਣ ਹੰਕਾਰ ਸੀ ਪੜ੍ਹਾਈ ਦਾ ਤੇ ਵਿਦਿਆ ਦਾ। ਇੱਕ ਮਹਾਤਮਾ ਬੰਦਗੀ ਵਾਲੇ ਆ ਗਏ, ਮੈਂ ਕਹਾਂ ਚਰਚਾ ਕਰੋ, ਉਹ ਪਰਾਂ ਚਲੇ ਗਏ। ਫੇਰ ਕਿਹਾ ਚਰਚਾ ਕਰੋ, ਪਰਾਂ ਚਲੇ ਗਏ। ਫੇਰ ਮਗਰ ਚਲੇ ਗਿਆ। ਇਹਦਾ ਕੁੱਤੇ ਵਾਂਗੂ ਭੌਂਕੀ ਜਾਂਦਾ ਹੈ, ਸਿਮਰਨ ਨਹੀਂ ਕਰ ਦਿੰਦਾ। ਭਗਤ ਮੁਖਾਂ ਤੇ ਪਏ ਸੀ, ਉਪਦੇਸ਼ ਦੀ ਮੰਗ ਕੀਤੀ ਤੇ ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜ ਬਗਲ ਸਮਾਦੰ, ਮੁਖ ਝੂਠ ਵਿੱਚ ਭੁੱਖਣ ਸਾਰੰ, ਤਰਪਾਲ ਤੇ ਹਾਲ ਵਿਚਾਰੰ, ਗਲ ਮਾਲਾ ਤਿਲਕ ਲਾਟੰ, ਦੋ ਧੋਤੀ ਬਸਤਰ ਕਪਾਟੰ, ਆਦਿਕ 4 ਸਲੋਕੀ ਗੀਤਾ ਉਹਨਾਂ ਨੂੰ ਬਖਸ਼ ਕੀਤੀ ਸੀ। ਗੋਪਾਲ ਦੱਤ ਤੇ ਉਹਦੇ ਨਾਲ ਦੇ ਪੰਡਤਾਂ ਨੂੰ। ਉਹਨਾਂ ਦੇ ਪੋਤਰੇ ਹਰੀ ਚੰਦ ਤੇ ਹਰੀ ਲਾਲ ਹੋਏ ਨੇ, ਜੋ ਇਹ ਸ਼ਬਦ ਲੈ ਕੇ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਅੰਮ੍ਰਿਤਸਰ ਆਏ ਸਨ। ਅਗਲੀ ਸਾਹਿਸਕ੍ਰਿਤੀ, ਸੰਸਕ੍ਰਿਤ ਨਹੀਂ, ਸਾਹਿਸਕ੍ਰਿਤੀ, ਸਾਹਿਸ ਤੇ ਨਿਰੀਆਂ ਪੰਕਤੀਆਂ ਪੜ੍ਹਨ ਵਾਸਤੇ ਤੇ ਸੁਣਨ ਵਾਸਤੇ ਨਹੀਂ, ਸਾਨੂੰ ਕਮਾਉਣੀਆਂ ਵੀ ਚਾਹੀਦੀਆਂ। ਤਾਂ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਤਾਂ ਹੀ ਪੰਜਵੇਂ ਪਾਤਸ਼ਾਹ ਨੇ ਕਿਹਾ, ਤਾਂ ਹੀ ਤੇ ਹੋਰ ਹਵਾਲੇ ਨੇ। ਮੂਕ ਉਚਰੇ ਸ਼ਾਸਤਰ ਖਟ, ਖਟ ਨਾਮ ਗਿਣਤੀ ਦਾ, ਛੇ ਦਾ, 6 ਸ਼ਾਸਤਰਾਂ ਦਾ ਕਥਾਕਾਰ ਬਣ ਜਾਵੇ ਮੂਕ, ਰਸਨਾ ਤੋਂ ਗੂੰਗਾ। ਮੂਕ ਉਚਰੇ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਤੇ ਪਿੰਗਲਾ ਪਹਾੜ ਤੇ ਚੜ੍ਹ ਸਕਦਾ, ਲੱਤਾਂ ਬਾਹਾਂ ਸਾਥ ਦਿੰਦੀਆਂ ਤੇ ਪਹਾੜੀ ਤੇ ਚੜ੍ਹ ਜਾਵੇ। ਪਿੰਗ ਗਿਰਨ ਚੜ ਜਾਏ। ਅੰਧ ਲਖੇ ਬੰਦਰੋ ਸੁਣੇ ਅੰਨਾ, ਨੇਤਰਾਂ 'ਚ ਜੋਤ ਨਹੀਂ ਤੇ ਦਿਸਣ ਲੱਗ ਜਾਵੇ। ਤਿੰਨਾਂ ਭਾਵਨਾ ਦੀ ਸੋਝੀ ਹੋ ਜਾਵੇ ਤੇ ਬੰਦਰੋ ਨਾਮ ਬੋਲੇ ਦਾ ਹੈ। ਸੋ ਇਸ ਪ੍ਰਕਾਰ ਬੋਲੇ ਨੂੰ ਸੁਣਨ ਦੀ ਸ਼ਕਤੀ ਪ੍ਰਾਪਤ ਹੋ ਜਾਵੇ। ਕਦੋਂ? ਜਦੋਂ ਕਾਲ ਕਿਰਪਾ ਕਰਾਏ। ਅਕਾਲ ਪੁਰਖ ਕਿਰਪਾ ਕਰੇ, ਆਪਣਾ ਬਲ ਦੇਵੇ, ਸਿਰ ਤੇ ਹੱਥ ਰੱਖੇ, ਕਿਰਪਾ ਦ੍ਰਿਸ਼ਟੀ ਨਾਲ ਵੇਖ ਦਵੇ ਸਾਨੂੰ ਇੱਕ ਵਾਰੀ, ਤੇ ਇੰਨਾ ਕੁਛ ਹੋ ਸਕਦਾ ਹੈ। ਕਿੰਨਾ ਕੁ ਵਿਸਾਰ ਪੰਗਤੀ ਦਾ ਕਰ ਲਵਾਂਗੇ, ਮੁੱਕਣ ਤੋਂ ਰਹਿਤ ਹੈ। ਗਾਧ ਬੋਧ, ਬੋਧ ਜਾਣਨਾ ਗਾਧ ਹੈ, ਡੂੰਘਾ ਹੈ, ਪਰੇ ਹੈ। ਇਸ ਪ੍ਰਕਾਰ ਮਨ ਬਾਣੀ ਸਰੀਰ ਤੋਂ ਪਰੇ ਦੀਆਂ ਗੱਲਾਂ ਨੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਰਾਮ ਕੋ ਜਾਂ ਕੋ, ਜਿਸ ਪੁਰਖ ਨੂੰ ਰਾਮ ਦਾ ਬਲ ਹੋ ਜਾਵੇ ਜਾਂਦਾ ਹੈ। ਗੂੰਗਾ ਰਸਨਾ ਤੋਂ ਕਥਾਕਾਰ ਗਿਆਨੀ ਬਣ ਜਾਂਦਾ ਹੈ। ਸਗਲ ਮਨੋਰਥ ਪੂਰਨ ਤਾਹੂ ਕੇ, ਦੁਖ ਨਾ ਵਿਆਪੈ ਕੋਏ ਸਗਲ ਮਨੋਰਥ। ਹੁਣ ਮਨੋਰਥ ਕਿੰਨੇ ਕਿੰਨੇ, ਮੰਗਾਂ ਕਿੰਨੀਆਂ ਕਿੰਨੇ, ਫੁਰਨੇ ਕਿੰਨੇ ਕੁ ਚੱਲਦੇ ਮਨ ਵਿੱਚ। ਇਹ ਸਾਰਿਆਂ ਨੂੰ ਪੂਰਿਆਂ ਕਰਨ ਵਾਲਾ, ਸਗਲ ਮਨੋਰਥ ਪੂਰੇ ਕਰਨ ਵਾਲਾ ਉਹ ਕਰਤਾ ਪੁਰਖ ਨਿਰੰਕਾਰ ਤੋਂ ਬਿਨਾਂ ਉਹਦੇ ਘਰ ਵਿੱਚ ਘਾਟਾ ਨਹੀਂ ਕਿਸੇ ਵਸਤੂ ਦਾ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ।
ਕਿਹੜੀ ਵਸਤੂ ਤੇਰੇ ਘਰ ਵਿੱਚ ਨਹੀਂ, ਜਿਹਨੂੰ ਕਿਰਪਾ ਕਰਕੇ ਦੇਵੇਂ ਉਹੀ ਪਾਉਂਦਾ ਹੈ, ਉਹੀ ਪ੍ਰਾਪਤ ਕਰ ਸਕਦਾ ਹੈ। ਦੂਜਿਆਂ ਦੇ ਹੱਥੋਂ ਵੀ ਨਿਕਲ ਜਾਂਦੀ ਹੈ, ਜੇਬ 'ਚੋਂ ਵੀ ਡਿੱਗ ਪੈਂਦੀ ਹੈ। ਕਰ ਮੈਂ ਅੰਮ੍ਰਿਤ ਆਣ ਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਅੰਮ੍ਰਿਤ ਦਾ ਬੁੱਕ ਭਰਿਆ ਹੋਇਆ ਵੀ ਵਜੀਦੇਵ ਨੇ ਇਸ ਪ੍ਰਕਾਰ ਦੱਸਿਆ ਸੀ, ਹੱਥੋਂ ਡਿੱਗ ਪਿਆ ਸੀ। ਇਸ ਪ੍ਰਕਾਰ ਸਗਲ ਮਨੋਰਥ, ਸਾਰੇ ਮਨੋਰਥ ਹੋਣਾ ਇੱਕੋ ਚਾਹੀਦਾ ਹੈ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਸਾਰੀਆਂ ਭੁੱਖਾਂ ਮਿਟ ਜਾਣ, ਲੋੜਾਂ ਖਤਮ ਹੋ ਜਾਣ। ਇੱਕੋ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੀ ਮੰਗਣੀ ਚਾਹੀਦੀ ਹੈ। ਬਾਕੀ ਮੰਗਾਂ ਦੇ ਵਿੱਚ ਦੁੱਖ ਲੁਕੇ ਹੋਏ ਨੇ। ਰਹਾਓ ਵਿਸਰਾਮ ਦੇ ਕੇ ਹਜ਼ੂਰ ਕਿਰਪਾ ਕਰਦੇ ਨੇ। ਜੋ ਜਨ ਭਗਤ ਦਾਸ ਨਿਜ ਪ੍ਰਭ ਕਾ, ਸੁਣ ਜੀਵਾਂ ਤਿਸ ਸੋਏ ਜੋ ਜਨ। ਕੋਈ ਗਿਣਤੀ ਨਹੀਂ ਕੀਤੀ ਵੀ ਕਿਸ ਉਮਰ ਵਿੱਚ ਹੋਵੇ, ਕਿਸ ਜਾਤ ਵਿੱਚ ਹੋਵੇ, ਕਿਸ ਇਲਾਕੇ ਵਿੱਚ ਹੋਵੇ, ਪਹਾੜਾਂ 'ਚ ਹੋਵੇ, ਕਿ ਸ਼ਹਿਰਾਂ 'ਚ ਵੱਸਦਾ ਹੋਵੇ, ਕਿ ਜੰਗਲਾਂ 'ਚ ਬੈਠਾ ਹੋਵੇ। ਜੋ ਜਨ, ਕਿਸੇ ਮਤ ਦਾ ਕੋਈ ਵੀ। ਧਰੂ ਤੇ ਪ੍ਰਹਲਾਦ ਨੇ ਬਾਲਕ ਅਵਸਥਾ ਵਿੱਚ ਹੀ ਪਾ ਲਿਆ, ਕਈਆਂ ਜਵਾਨੀ ਵੇਲੇ ਪਾ ਲਿਆ, ਪਰ ਜਵਾਨੀ ਮੌਕਾ ਸਭ ਤੋਂ ਸੁਨਹਿਰਾ ਹੈ। ਮਹਾਤਮਾ ਲਿਖਦੇ ਨੇ ਵਿਰਾਗ ਸ਼ਕਤ ਵਾਲੇ, ਜਰਾ ਉਪਾਉ ਨਾ ਹੋ ਸਕੇ, ਜਰਾ ਆਬਤ ਕੇ ਮਾਹੇ। ਭਵ ਸਾਗਰ ਕੇ ਤਰਨ ਕਉ, ਤਰਨ ਅਵਸਥਾ ਆਹੇ। ਜਰਾ ਜਿੰਨਾ ਉਪਾਉ ਯਤਨ ਤੇਰਾ ਫਿਰ ਸਫਲਾ ਨਹੀਂ ਹੋਣਾ, ਜਦੋਂ ਜਰਾ ਵਡੇਪਾ ਤੇਰੇ ਤੇ ਆ ਗਿਆ। ਨੈਣੋ ਨੀਰ ਬਹੇ ਤਨ ਖੀਨਾ, ਪਏ ਕੇਸ ਦੁੱਧਵਾਨੀ। ਰੋਧਾ ਕੰਠ ਸ਼ਬਦ ਨੂੰ ਉਤਰਿਆ ਬਕਾ ਕਰੇ ਪੁਰਾਨੀ। ਨੇਤਰੀ ਤੁੰਦ ਕਰਨ ਪੈ ਬਹਿਰੇ, ਮਨਮੁਖ ਨਾਮ ਨਾ ਜਾਨੀ। ਦੇ ਹਾਲਾਤ ਬਣ ਜੋ ਤੋਚਾ ਦੇਹ ਖਲੜੀ ਕਮਲਾ ਜਾਊਗੀ। ਇਸ ਪ੍ਰਕਾਰ ਪੈਰ ਡਗਮਗ ਹੋ ਜਾਣਗੇ, ਫਿਰ ਯਤਨ ਕੇ ਸਫਲ ਤੇਰਾ ਨਹੀਂ ਹੋਣਾ। ਪਰ ਜਵਾਨੀ ਵੇਲਾ ਤੇਰਾ ਸ਼ਰਾਬਾਂ ਪੀਣ 'ਚ ਲੰਘ ਜਾਂਦਾ ਹੈ, ਜੂਏ ਖੇਡਣ 'ਚ ਲੰਘ ਜਾਂਦਾ, ਲੜਾਈਆਂ ਝਗੜਿਆਂ 'ਚ ਲੰਘ ਜਾਂਦਾ, ਜੇਲ੍ਹਾਂ 'ਚ ਲੰਘ ਜਾਂਦਾ ਹੈ। ਜਵਾਨੀ ਵੇਲਾ ਸੁਨਹਿਰੀ ਮੌਕਾ, ਉਹਨੂੰ ਸਾਂਭ ਲੈਣਾ ਕਰ। ਜੋ ਜਨ ਜਵਾਨ ਹੋਵੇ, ਬਾਲਕ ਹੋਵੇ, ਬਿਰਧ ਹੋਵੇ, ਕਾਲੀ ਜਿੰਨੀ ਨਾ ਰਾਵਿਆ, ਧੌਲੀ ਰਾਵੇ ਕੋਇ। ਕਰ ਸਾਈਂ ਸੋ ਪਿਰਹੜੀ, ਰੰਗ ਨ ਵੇਲਾ। ਰੰਗ ਪ੍ਰੇਮ ਕਰਦਾ ਕੋਈ ਵੇਲਾ ਨਹੀਂ। ਸਵਸਥ ਵਿਵਸਥਾ ਹਰ ਕੀ ਸੇਵਾ, ਮਾਧੀ ਅੰਤ ਪ੍ਰਭ ਜਾਪਣ ਸਦਾ ਹੀ ਜਪ ਸਕਦਾ। ਖੁਸ਼ੀਆਂ ਦੇ ਮੌਕੇ ਵੀ, ਗਮੀ ਦੇ ਮੌਕਾ ਵੀ, ਸਵਸਥ ਅਵਸਥਾ ਵੇਲੇ ਵੀ, ਵਿਵਸਥਾ ਵੇਲੇ ਵੀ। ਜੋ ਜਨ ਭਗਤ, ਭਗਤੀ ਕਰਦਾ ਕਰਤੇ ਪਰ ਹਰ ਮਤ ਵਿੱਚ, ਹਰ ਕੌਮ ਵਿੱਚ ਪਰਮੇਸ਼ਰ ਦੇ ਪਿਆਰੇ ਹੋਏ ਨੇ। ਹੁਣ ਵੀ ਹੋਣਗੇ ਤੇ ਗਾਂ ਵੀ ਹੋਣਗੇ, ਲੱਭਣੇ ਮੁਸ਼ਕਲ ਹੈ। ਪਖੰਡੀਆਂ ਦੀ ਦੀਵਾਰ ਆੜ ਵਿੱਚ ਉਹ ਲੁਕੇ ਹੋਏ ਨੇ, ਪਖੰਡੀਆਂ ਦੇ ਘੇਰੇ ਵਿੱਚ ਲੁਕੇ ਹੋਏ ਨੇ। ਫੈਲ ਵਿਰਲੇ ਨਾਹੀ ਘਣੇ, ਫੈਲ ਫਕੜ ਸੰਸਾਰ। ਹਜ਼ੂਰ ਸੱਚੇ ਭਗਦਾਸ ਨਿਜ ਪ੍ਰਭ ਕਾ, ਪ੍ਰਭੂ ਦਾ ਦਾਸ। ਦਾਸਾਂ ਭਾਵ ਧਾਰਨ ਕੀਤੀ ਹੈ, ਮੈਂ ਮੇਰੀ ਕੱਢ ਦਿੱਤੀ ਮਨ ਵਿੱਚੋਂ। ਦੁਨਿਆਵੀ ਖਾਣ ਕਿ ਮੈਂ ਮੇਰੀ ਕੋ ਮਾਰ ਕੇ, ਨਿੱਕੀ ਕਰਕੇ ਕੁੱਟ। ਭਰੇ ਖਜ਼ਾਨੇ ਸਾਹਿਬ ਦੇ ਅੰਦਰ ਵੜ ਕੇ ਲੁੱਟ। ਹਰ ਹਾਂ ਖਾੜ ਰੇਤ ਮੈਂ ਵਿਖਰੀ, ਹਾਥੀ ਚੁਣੀ ਨਾ ਜਾਏ ਆਰ। ਉਦਮ ਕਰੋ ਦਰਸ਼ਨ ਪੇਖਣ ਕਉ, ਕਰਮ ਪ੍ਰਾਪਤ ਹੋਏ ਉਦਮ ਕਰੋ। ਉਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਪੁੰਚ। ਧਿਆਇਂਦਿਆਂ ਤੂੰ ਪ੍ਰਭੂ ਮੇਲ, ਨਾਨਕ ਉਤਰੀ ਚਿੰਤ ਦਰਸ਼ਨ ਕਉ। ਘਰੋਂ ਚੱਲ ਕੇ ਆਉਣਾ, ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ। ਸੰਗਤ ਗੁਰੂ ਰੂਪ ਹੈ, ਸੰਗਤ ਦੇ ਦਰਸ਼ਨ ਕਰਨੇ ਹੈ, ਪ੍ਰਤੱਖ ਦਰਸ਼ਨ ਕਰਨੇ ਹੈ, ਸੁਪਨ ਦਰਸ਼ਨ ਕਰਨੇ ਹੈ, ਚਿੱਤਰ ਦਰਸ਼ਨ ਕਰਨੇ ਹੈ, ਸਰਵਣ ਦਰਸ਼ਨ ਕਰਨੇ ਹੈ। ਸੁਣ ਕੇ ਨੀਵੀਂ ਪਾ ਕੇ ਦਰਸ਼ਨ ਹੋ ਹੀ ਜਾਂਦੇ। ਗੁਰੂ ਨਾਨਕ ਪਾਤਸ਼ਾਹ ਜੀ ਦੇ, ਪੰਜਵੇਂ ਪਾਤਸ਼ਾਹ ਦੇ ਕੌਤਕਾਂ ਦੇ ਦਰਸ਼ਨ ਲੰਮੇ ਚੌੜੇ ਮਿਲੇ ਲਿਖੇ ਨੇ। ਉਸ ਮੌਕਾ ਛੇਵੇਂ ਸਰੂਪ ਦਾ ਸਰੀਰ ਸੀ, ਅਤੇ ਉਸ ਦਾ ਭਾਵ ਇਹ ਸੁਪਨਾ ਆਉਂਦਾ ਕਦੋਂ ਹੈ? ਤਿੰਨ ਅਵਸਥਾ ਨੇ, ਜਾਗਰਤ, ਸੁਖਨ, ਸੁਖੋਪਤ। ਹੁਣ ਜਾਗਦੇ ਬੈਠੇ ਆ ਅਤੇ ਸੁੱਤਿਆਂ ਸੁਪਨਾ ਨਹੀਂ ਆਉਂਦਾ। ਇੱਕ ਸੁਖੋਪਤ ਅਵਸਥਾ ਹੁੰਦੀ ਹੈ, ਜਾਗੋ ਮੀਟੀ। ਇਸ ਪ੍ਰਕਾਰ ਨਾੜੀਆਂ ਹਜ਼ਾਰਾਂ ਤੋਂ ਵੀ ਵੱਧ ਨੇ ਸਰੀਰ ਵਿੱਚ। ਇਹ ਸਾਰਾ ਨਾੜੀਆਂ ਆਦਿਕਾਂ ਦਾ ਹੀ ਬਣਿਆ ਹੋਇਆ ਹੈ ਸਰੀਰ। ਉਸ ਵਿੱਚ ਇੱਕ ਪ੍ਰੀਤ ਨਾੜੀ ਹੈ, ਬਹੁਤ ਛੋਟੀ, ਉਸ ਨੂੰ ਵਾਲ ਤੋਂ ਵੀ ਛੋਟੀ ਮੰਨਦੇ ਨੇ। ਉਸ ਵਿੱਚ ਮਨ ਪ੍ਰਵੇਸ਼ ਕਰਕੇ ਆਪਣੀ ਦੁਨੀਆ ਆਪ ਰਚ ਲੈਂਦਾ, ਜਾਂ ਅਗਲੇ ਪਿਛਲੇ ਸੰਸਕਾਰ ਅਨੁਸਾਰ ਸੁਪਨਾ ਆਉਂਦਾ ਹੈ। ਇਸ ਪ੍ਰਕਾਰ ਜਾਗ ਖੁੱਲ੍ਹਦੀ ਹੈ ਤਾਂ ਕੁਛ ਵੀ ਨਹੀਂ ਹੁੰਦਾ। ਭਾਈ ਗੁਰਦਾਸ ਜੀ ਕੀ ਲਿਖਦੇ ਹੈ? ਸੁਪਨ ਚਰਿੱਤਰ ਚਿੱਤਰ ਬਾਨਕ ਬਨੇ ਵਿਚਿੱਤਰ, ਪਾਵਨ ਪਵਿੱਤਰ ਮਿੱਤਰ ਆਦਿ ਮੋਰੇ ਆਏ ਹੈ।
परम दयाल लाल लोचन विशाल मुख बचन रसाल मद मधुर पी आए हैं। सोबत सुजासन बिलासन दे कमाल प्रेम रस मग्न होए साए समाए हैं। इस प्रकार चातक शब्द सुनो अखियाँ उगल गई भई जल मीन गत बिरहें जुगाए हैं। सुपने चुपना आ रहा सी छेवें स्वरूप के दर्शन हो रहे थे। बानक बने पवित्र मित्र साडे ऐस लोक ते प्रलोक दे छेवें स्वरूप आए। गलवकड़ी पाउन लगे हैं, गले नूं लगन लगे हैं, चरण छूहण लगे हैं, तो सारंग पपीहा बोल पिया। तो सो इहो जी अवस्था हुंदी है, खड़ाक हो गया, जाग खुल गई। सुपने आया पी गया, मैं जल भरिया रोए। आए न सक्कां तुझ कन प्यारे, भेज न सक्कां कोय। आओ सुभागी नींदड़िए, मत सहो देखा सोए। जागन ते सुपना भला बसीए, प्रभु दे करते पुरख दे अंग संग नेड़े वसीए। वो सुपना भी चंगा जागदियां नालों। इस प्रकार सुपना चंगा है जिस करते पुरख दर्शन होंदे होण। गुरु संग च बैठे हुए सुपने कथा कीर्तन करते सुनते हुए सुपने में, वो सुपना चंगा है। इस प्रकार जागन ते सुपना भला बसीए प्रभ संग, वो प्रांग अंग संग वास्ते हुए। सुपने आया पी गया, मंजिल भरिया रोए। आओ सुभाग भरी नींद, तू मैनू नींद ही आ जा, फिर देख लवा। सज्जन मोखी अनूप, अनूप का अर्थ है उपमा तो रहत। ना कोई रसना उपमा समग्र कर सकती है, ना कोई हाथ कलम समग्र लिख सकता। इत्थे पैर निहाल सां, अठों पैर ही मैं वेखदी रवां, ते वेख वेख थका ना रजा ना। कि तैनू नींद नहीं आनी। सुपने सौ सौ डिठ तै सुपने हो खनी है, तो फिर मैं सुपने च वेखी चलूँ। पर वो सुपने तो खनीए वारने बलिहारने जावां, जिहड़ा इहो जिहा सुपना होवे। उदम करो दर्शन वेखण करो, गुरु दर्शन वेखण दे, कन्ना ना सुणन दे, संग दे। कर्म प्राप्त कर्म माड़े होण, फिर नहीं मन उदम नहीं करदा। सुत्तियां ही लंघ जाती है। कर्म अनुग्रह कृपा परमेश्वर की होए प्रापत। पद अपत तो परां उठ के जात कौम नूं छड्ड के, विचारां नूं छड्ड के, जिथे सच्चाई मिलती होवे भज के चले जाना चाहिए है। कर्म प्राप्त होए, चंगियां कर्मां नाल इह वेला प्राप्त हुंदा है। जिहड़े जागदे बैठे गुरु चरनां 'च कन्नां नाल सुण रहे हाँ, अखां नाल संगत गुरु रूप ते गुरु के दर्शन कर रहे हाँ। गुर प्रसादी दृष्ट निहारों, दूसर नाही कोय। गुर नाम हुंदा वड्डे दा, ते सब तो वड्डा परमेश्वर काल पुरख ही है। किड्डा क वड्डा है, जेवड़ भावै तेवड़ होए। जिन्ना उहनूं भावे उड्डा ही वड्डा हो सकदा है। ते गो नाम नेरे दा, ते रूह नाम प्रकाश दा है। नेरा है अज्ञानता दा, ते प्रकाश है ज्ञान दा। ते प्रसादी नाम है किरपा दा। गुरु चरनां 'च आउंदे है, प्रसाद मिलता है, गुरु की किरपा मिलती है। तां मत्थे नूं ला के मुख रखीदा है। गुर प्रसादी दृष्ट निहारों, दृष्टि नेत्रा की निहारों, देखना करो। मैं आप जी नूं देखा, तुसीं मेरे वल वेखदा हो। दूसर ना ही कोई। गुरु अंगद साहब के प्रमाण सुन ले तुसीं। नेत्रां की कटाख विच बड़ा भारी फर्क पैंदा है। कईयां नज़र बट्टू बंधे हुंदे आ, गड्डियां दे पिछे दीवारां ते टंगे हुंदे आ काले भांडे, टिक्के काले लाए होंदे, नज़र ना लग जाए। किड्डी क मोटी है, किड्डी क तगड़ी है, किवें लग जाती है, लगती भी है। तो जे लगती है तो फिर सवार भी सकती है। तो संगत विच इसे वास्ते आउणे कि संगत विच बैठे आ, दृष्टि नेत्रां दी एक दूजे ते पवे, तो जिंदगी के पाप कटे जाते ने। दान देह नानक अपने कहो, चरण जीवां संत धोए। मैनू अपना जान के ये दान दिओ, आप दे प्यारिਆਂ दे मैं चरण धोना करा, ते जिउंदियां विच हो जावां, मुरदियां विच नहीं। निमरता बड़ी जरूरी है। सो धन गुरु रामदास महाराज साहब के दरबार विच गुरु नानक पातशाह का वड्डा सपुत्र श्री चंद जी आए। अवस्था छोटी शरीर की रखी सी, अपने सेवक के गधेड़े चढ़ के जाया करदे। कहते जी तुसीं तां वड्डे होई जांदे हो, भारे होई जांदे हो, मैं बिरध होई जाना, किवें खड़िया करूँ। कहते शरीर का विकास इत्थे ही रोक लैंदे हैं, हुण वड्डे नहीं होवांगे।
ਉੱਦਾਂ ਹੀ ਸਰੀਰ ਰੱਖਿਆ, ਦਾੜਾ ਵੀ ਨਹੀਂ ਆਇਆ। ਸਤਿਕਾਰ ਬੜਾ ਹੁੰਦਾ ਰਿਹਾ, ਮਿਲਦਾ ਰਿਹਾ, ਸਾਰੇ ਸਰੂਪਾਂ ਨੇ ਕੀਤਾ। ਬਾਕੀ ਮੈਂ ਛੱਡ ਦੇਵਾਂ, ਕੇਵਲ ਚਰਨਾਂ ਵੱਲ ਖਿਆਲ ਆ ਗਿਆ ਅਤੇ ਗੁਰੂ ਦੀ ਨਿਮਰਤਾ ਵੱਲ ਖਿਆਲ ਆ ਗਿਆ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ 10 ਸਰੂਪਾਂ ਤੋਂ ਦਾੜਾ ਵਿਸ਼ੇਸ਼ ਸੀ ਅਤੇ ਲੰਮਾ ਸੀ। ਚੌਥੇ ਸਰੂਪ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦਾ 500 ਰੁਪਈਆ ਉਹਨਾਂ ਸਮਿਆਂ ਦਾ ਬੜਾ ਕੀਮਤੀ ਸੀ। ਇੱਕ ਘੋੜਾ ਦਸ਼ਾਲਾ ਲੈ ਕੇ ਹਾਜ਼ਰ ਹੋਏ ਅਤੇ ਵਿਅੰਗ ਬਚਨਾਂ 'ਚ ਪਰਖਣ ਵਾਸਤੇ ਸ੍ਰੀ ਚੰਦ ਤਬ ਗਿਰਾ ਉਚਾਰੀ, ਕਾਹੇ ਵਡਾਈ ਦਾੜੀ ਭਾਰੀ, ਗਿਰਾ ਰਸਨਾ ਤੋਂ ਆਵਾਜ਼ ਨੂੰ ਕਹਿੰਦੇ। ਰਾਮਦਾਸ ਇੰਨੀ ਲੰਬੀ ਦਾੜੀ ਕਿਉਂ ਵਧਾਈ ਹੈ? ਸ੍ਰੀ ਚੰਦ ਨੂੰ ਤੇ ਆਪ ਆਈ ਨਹੀਂ ਸੀ, ਸਰੀਰ ਦਾ ਵਿਕਾਸ ਰੋਕ ਲਿਆ ਸੀ। ਸੋ ਪਰਖਣ ਵਾਸਤੇ ਸ੍ਰੀ ਚੰਦ ਗਿਰਾ ਉਚਾਰੀ, ਕਾਹੇ ਵਡਾਈ ਦਾੜੀ ਭਾਰੀ। ਗੁਰੂ ਰਾਮਦਾਸ ਨਿਮਰ ਹੋ ਹੈ, ਆਪ ਜੈਸੇ ਸਾਧੂ ਜੋ ਹੈ, ਤਿਨ ਕੇ ਚਰਨ ਪੋਛਨ ਕਾਰਨ, ਇਮ ਕੈ ਚਰਨ ਲੱਗੇ ਤੇ ਝਾਰਨ। ਆਪ ਜੈਸੇ ਸਾਧੂ ਜਿਹੜੇ ਬੰਦਗੀ ਵਾਲੇ ਮਹਾਤਮਾ ਨੇ, ਪਖੰਡੀ ਨਹੀਂ, ਉਹਨਾਂ ਦੇ ਚਰਨ ਝਾੜਨ ਵਾਸਤੇ, ਪੂੰਝਣ ਵਾਸਤੇ, ਚਰਨ ਝਾੜਨ ਵਾਸਤੇ, ਚਰਨ ਜੀਵਾਂ ਸੰਤ ਧੋਏ, ਚਰਨ ਧੋਣੇ, ਚਰਨ ਝਾੜਨੇ, ਆਪਣੇ ਬਸਤਰਾਂ ਨਾਲ ਸਾਫ਼ ਕਰਨੇ ਅਤੇ ਦਾੜੇ ਨਾਲ ਸਾਫ਼ ਕਰਨੇ। ਨਿਰਾ ਕਿਹਾ ਹੀ ਨਹੀਂ, ਆਪ ਜੈਸੇ ਸਾਧੂ ਜੋ ਹੈ, ਤਿਨ ਕੇ ਚਰਨ ਪੋਛਨੇ ਕਾਰਨ, ਇਮ ਕੈ ਚਰਨ ਲੱਗੇ ਤੇ ਝਾਰਨ। ਇੱਕ ਹੱਥ ਨਾਲ ਦਾੜਾ ਫੜ ਲਿਆ ਅਤੇ ਇੱਕ ਹੱਥ ਨਾਲ ਸ੍ਰੀ ਚੰਦ ਦਾ ਚਰਨ ਫੜ ਲਿਆ ਅਤੇ ਝਾੜਨਾ ਸ਼ੁਰੂ ਕਰਤਾ ਨਿਉ ਕੇ। ਗੁਰੂ ਰਾਮਦਾਸ ਮਹਾਰਾਜ ਸਾਹਿਬ ਨੇ ਕਿਹਦੇ 'ਚ ਇੰਨੀ ਨਿਮਰਤਾ ਹੋਵੇਗੀ, ਕਿਹਦੇ 'ਚ ਇੰਨੀ ਸ਼ਕਤੀ ਅੱਜ ਕੱਲ੍ਹ ਹੋਵੇਗੀ। ਇਸ ਪ੍ਰਕਾਰ ਮੈਂ ਉੱਚੇ ਥਾਂ ਬਹਿਣਾ, ਤੁਸੀਂ ਥੱਲੇ ਬੈਠੋ, ਮੇਰੇ ਗਲ ਹਾਰ ਪਾਓ, ਮੈਨੂੰ ਮੱਥੇ ਟੇਕੋ। ਇਸ ਪ੍ਰਕਾਰ ਦੀ ਹਾਲਾਤ ਬੜੀ ਤੁਸੀਂ ਵੇਖੋਗੇ, ਪਰ ਇਹੋ ਜਿਹੀ ਨਹੀਂ ਕਿਤੇ ਵੇਖਣ 'ਤੇ ਆਵੇਗੀ। ਸੋ ਇਸ ਇਉਂ ਕਾ ਚਰਨ ਲੱਗੇ ਤੇ ਝਾਰਨਾ। ਸ੍ਰੀ ਚੰਦ ਖੁਸ਼ ਹੋਏ, ਉਚਾਰ ਆਏ ਸੀ ਤੌਰ, ਘਰ ਲੁਟਿਓ ਹਮਾਰਾ, ਬਾਖੀ ਠੀਕ ਜੋ ਮੈਂ, ਛੀਨ ਲਹੀ ਜੋ ਹੀ ਸਮ ਤੋਂ ਮੈਂ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਚਰਨ ਝਾੜਨ ਲੱਗੇ। ਸ੍ਰੀ ਚੰਦ ਖੁਸ਼ ਹੋ ਕੇ ਰਸਨਾ ਤੋਂ ਉਚਾਰਿਆ, ਤੁਹਾਡੀ ਇਹ ਨਿਮਰਤਾ, ਤੁਹਾਡੀ ਇਹ ਸਹਿਣਸ਼ੀਲਤਾ ਸਾਡਾ ਘਰ ਲੁੱਟ ਕੇ ਲੈ ਗਈ। ਅਸੀਂ ਗੁਰੂ ਕੇ ਪੁੱਤਰ ਬਚਨ ਨਾ ਮੰਨੇ, ਆਕੀ ਹੋਏ ਫਿਰਦੇ ਰਹੇ ਤੇ ਖਾਲੀ ਰਹਿ ਗਏ। ਸੇਵਕ ਭਾਵ ਗੁਰੂ ਬਣ ਗਿਆ ਅਤੇ ਬਾਕੀ ਜਿਹੜੀ ਮੇਰੇ ਕੋਲ ਬੰਦਗੀ ਪਖੀਰੀ ਸੀ ਉਹ ਵੀ ਮੈਂ ਤੁਹਾਨੂੰ ਹੀ ਦੇ ਜਾਣਾ ਹੈ। ਛੀਨ ਲਈ ਹੈ ਤੁਸੀਂ, ਅੱਜ ਖੋਹ ਲਈ ਹੈ। ਫਿਰ ਬਚਨ ਪੂਰਾ ਕੀਤਾ ਸੀ ਸ੍ਰੀ ਚੰਦ ਨੇ। ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸੋ ਵੱਡਾ ਪੁੱਤਰ ਗੁਰਦਿੱਤਾ ਜੀ। ਕਿੰਨੇ ਪੁੱਤਰ ਆ ਜੀ? 5 ਪੁੱਤਰ ਹੈ। ਸਾਨੂੰ ਕਿਹੜਾ ਦੇਣਾ? ਜਿਹੜਾ ਮਰਜ਼ੀ ਲੈ ਲਓ, ਸਾਰੇ ਤੁਹਾਡੇ ਹੈ। ਵੱਡਾ ਦੇ ਦਿਓ, ਦੇ ਦਿੱਤਾ। ਕਿ ਆਪਣੀ ਗੱਦੀ ਜਿਹੜੀ ਸੀ ਸ੍ਰੀ ਚੰਦ ਨੇ ਗੁਰਦਿੱਤਾ ਜੀ ਨੂੰ ਦਿੱਤੀ ਸੀ। ਅਤੇ ਬਾਬਾ ਗੁਰਦਿੱਤਾ ਜੋ ਵਰ ਮੰਗਿਆ ਸੋਈ ਵਰ ਦਿੱਤਾ। ਆਦਿਕ ਮੰਡਲੀਆਂ ਚੱਲਦੀਆਂ ਨੇ, ਉਹਦੀਆਂ ਅੱਗੇ 4 ਧੂਣੀਆਂ, 4 ਸੇਵਕ, ਬਾਲੂ ਹਸਨਾ ਫੂਲੇ ਖਾ ਗੋਬਿੰਦਾ ਅਲਮਸਤ। ਇਹ 4 ਸੇਵਕ ਹੋਏ। 400 ਤੋਂ ਵੱਧ ਅੱਗੇ ਬੰਦੀਆਂ ਧੂਣੀਆਂ ਗੱਦੀਆਂ ਚੱਲੀਆਂ, ਹੁਣ ਤੱਕ ਚੱਲਦੀਆਂ ਹੈ। ਇਸ ਪ੍ਰਕਾਰ ਗੁਰਮੁਖੋ ਨਿਮਰਤਾ ਵਿੱਚ ਰਹੋ, ਸਹਿਣਸ਼ੀਲਤਾ ਵਿੱਚ ਰਹੋ, ਜਰਨ ਸ਼ਕਤੀ ਵਿੱਚ ਰਹੋ। ਗੁਰੂ ਦਰਸ਼ਨ ਕਰੋ, ਅੱਖਾਂ ਮੀਟ ਕੇ ਵੀ ਕਰੋ, ਅੱਖਾਂ ਖੋਲ੍ਹ ਕੇ ਵੀ ਕਰੋ, ਕੰਨਾਂ ਨਾਲ ਸੁਣ ਕੇ ਵੀ ਕਰੋ। ਗੁਰੂ ਚਰਨਾਂ 'ਚ ਆਇਓ, ਚਰਨਾਂ ਨੂੰ ਸਫਲ ਬਣਾਇਆ ਹੈ। ਕਥਾ ਕੀਰਤ ਸੁਣ ਕੇ ਸਮਾਂ ਸਫਲਾ ਆਪਣਾ ਬਣਾਇਆ ਹੈ। ਆਉਣ ਵਾਲਾ ਵੀ ਸਮਾਂ ਬਣਾਉਣਾ। ਐ ਘੜੀ ਭਾਗਾਂ ਭਰੀ, ਜਿਹਦਾ ਕੋਈ ਮੁੱਲ ਨਹੀਂ, ਭਾਗਾਂ ਨਾਲ ਪ੍ਰਾਪਤ ਆਪਾਂ ਨੂੰ ਹੋ ਰਹੀ ਹੈ। ਨਾਲ ਜੇ ਗੁਰਮੁਖ ਵਿਦੇਸ਼ਾਂ ਵਿਦੇਸ਼ ਯਤਨ ਕਰ ਰਹੇ ਨੇ, ਸਾਹੀਂ ਕੋਲ ਬਹਿ ਕੇ ਵੀ ਨਾ ਕਰੀਏ। ਜਿੰਨਾ ਵੀ ਹੋਵੇ ਤਨ ਪਵਿੱਤਰ ਸੇਵਾ ਕੀਏ, ਧਨ ਪਵਿੱਤਰ ਕੀਏ ਦਾਨ, ਮਨ ਪਵਿੱਤਰ ਹਰ ਸਿਮਰਨ ਤੇ ਹੋਦ ਐਸੇ ਕੁਲਿਆਣ। ਤਨ ਵੀ ਸਫਲਾ ਕਰਨਾ ਸੇਵਾ ਕਰਕੇ, ਧਨ ਵੀ ਸਫਲਾ ਕਰਨਾ ਨੇਕ ਕਮਾਈ ਵਿੱਚੋਂ, ਗੁਰੂ ਘਰ ਨੂੰ ਦੇ ਕੇ, ਧਰਮ ਦੇ ਲੇਖੇ ਲਾ ਕੇ। ਜਿਹੜੇ ਘਰ ਬਾਹਰ ਛੱਡ ਕੇ ਜਾ ਕੇ ਹਾੜ ਸਿਆਲ ਸਿਰ ਤੋਂ ਦੀ ਲਗਾ ਰਹੇ ਨੇ, ਸਮੁੱਚੀ ਕੌਮ ਨੇ, ਸਾਰੇ ਦੇਸ਼ ਦੇ ਭਲੇ ਵਾਸਤੇ। ਇਸ ਪ੍ਰਕਾਰ ਉਹਨਾਂ ਦਾ ਮਹਾਰਾਜ ਸਾਹਿਬ ਕਿਰਪਾ ਕਰਨ, ਤਰਸ ਕਰਨ। ਉਹਨਾਂ ਵਿਦੇਸ਼ੀ ਵੀਰਾਂ ਦੀ, ਸਾਡੀ ਅਤੇ ਹੋਰ ਸਾਰਿਆਂ ਦੀ ਅਰਦਾਸ ਬੇਨਤੀ ਮਨਜ਼ੂਰ ਹੋਵੇ। ਸਮੇਂ ਦੀ ਸਰਕਾਰ ਨੂੰ ਅਕਲ ਆ ਜਾਵੇ, ਨਹੀਂ ਤੇ ਪਿੱਛੇ ਵੀ ਕਰਦੇ ਆਏ ਹੈ। ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਹੁਕਮ ਦੀ ਜਨਾ ਕੋਦੇ ਘਰ ਕੋਈ ਉੱਚਾ ਨੀਵਾਂ ਨਹੀਂ। ਜਿਹਦੇ ਹੱਥ ਵਿੱਚ ਜ਼ੋਰ ਹੈ, ਚੰਗਾ ਚੰਗੇ ਕਰਮ ਕਰਦਾ ਅਤੇ ਕਰਵਾਉਂਦਾ, ਮਾੜਾ ਮੰਦੇ ਕਰਮ ਕਰਦਾ ਅਤੇ ਕਰਾਉਂਦਾ ਹੈ। ਫਰਕ ਬੜਾ ਭਾਰੀ ਹੁੰਦਾ ਹੈ।
बल देने वाला, समत देने वाला ते मत देने वाला काल निरंकार आप ही है। रंभ वालियां पंक्तियां ने कुछ समा ज़्यादा ले लिया, ख्याल कल भी सी ते अज भी सी, कुछ होर विचारां करांगे। आओ हुण भोग पाइए ते फतेह गजाइए। सतगुर कृपा करन पढ़िया सुनिया थाएं पाउण। गुर प्रसादी दृष्ट निहारो, दूसर नाही कोय। दान देह नानक अपने को, चरण जीवा संत धोए। वाहिगुरु जी का खालसा, वाहिगुरु जी की फतेह।